7ਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਪਿਆਰੇ ਪਿਆਰੇ ਵਿਦਿਆਰਥੀਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਜੀ ਆਇਆਂ ਨੂੰ। ਵਿਦਿਆਰਥੀਓ, ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7, ਇਸ ਦਾ ਪਾਠ ਨੰਬਰ 7 ਦਾਤੇ, ਜੋ ਕਿ ਪੰਨਾ ਨੰਬਰ 49 ਦੇ ਉੱਤੇ ਦਰਜ ਕੀਤਾ ਗਿਆ ਹੈ। ਸੋ ਆਓ ਪੜ੍ਹਨਾ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਪਾਠ ਦਾਤੇ। ਦਾਤੇ ਸ਼ਬਦ ਤੁਸੀਂ ਸੁਣਿਆ ਹੋਵੇਗਾ ਕਿ ਦਾਤੇ ਕੌਣ ਹੁੰਦੇ ਨੇ। ਦਾਤੇ ਅਸੀਂ ਉਸ ਨੂੰ ਕਹਿੰਦੇ ਹਾਂ ਜਿਸ ਤੋਂ ਸਾਡੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਜਿਹੜਾ ਦਾਤਾ ਵੰਡਦਾ ਹੈ। ਅਸੀਂ ਦਾਤਾ ਪਰਮਾਤਮਾ ਲਈ ਸ਼ਬਦ ਆਮ ਤੌਰ 'ਤੇ ਵਰਤਦੇ ਹਾਂ। ਰੱਬ ਨੂੰ ਅਸੀਂ ਦਾਤਾਰ ਕਹਿੰਦੇ ਹਾਂ, ਦਾਤਾ ਕਹਿੰਦੇ ਹਾਂ, ਕਿਉਂਕਿ ਪਰਮਾਤਮਾ ਸਾਡੇ ਮਨ ਦੀਆਂ ਇੱਛਾਵਾਂ ਨੂੰ ਜਾਣ ਲੈਂਦਾ, ਸਾਡੇ ਮਨ ਵਿੱਚ ਕੀ ਹੈ ਉਹ ਬੁੱਝ ਲੈਂਦਾ ਹੈ, ਅਤੇ ਅਸੀਂ ਜੋ ਚੀਜ਼ ਮੰਗਦੇ ਹਾਂ ਸਾਨੂੰ ਉਹਦੇ ਕੋਲੋਂ ਮਿਲ ਜਾਂਦੀ ਹੈ। ਦਾਤਾ ਵੰਡਣ ਵਾਲਾ, ਸਭ ਤੋਂ ਵੱਡਾ ਦਾਤਾਰ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਨਾ, ਆਮ ਹੀ ਅਸੀਂ ਇਹ ਸ਼ਬਦ ਬੋਲਦੇ ਹਾਂ। ਸੋ ਪਰਮਾਤਮਾ ਬਹੁਤ ਵੱਡਾ ਦਾਤਾ ਹੈ। ਸੋ ਜਿਹੜਾ ਸਾਨੂੰ ਇਸ ਧਰਤੀ ਦੇ ਉੱਤੇ ਭੇਜਦਾ ਹੈ, ਸਾਨੂੰ ਹੀ ਨਹੀਂ ਕੁਦਰਤ ਵਿੱਚ ਭੇਜੇ ਇਸ ਹਰੇਕ ਜੀਵ ਨੂੰ, ਜੰਤੂ ਨੂੰ, ਇੱਥੋਂ ਤੱਕ ਕਿ ਪੱਥਰ ਦੇ ਵਿੱਚ ਵਸਣ ਵਾਲੇ ਕੀੜਿਆਂ ਦੀ ਵੀ ਰੋਜ਼ੀ ਰੋਟੀ ਉਹ ਲਿਖ ਕੇ ਭੇਜਦਾ ਹੈ। ਉਹਨਾਂ ਦੇ ਵੀ ਜੀਵਨ ਵਾਸਤੇ ਉਹਨੂੰ ਖਿਆਲ ਹੈ, ਉਹਨਾਂ ਲਈ ਵੀ ਉਹਨੂੰ ਚਿੰਤਾ ਹੈ ਕਿ ਉਹਨਾਂ ਨੂੰ ਕਿਵੇਂ ਦਾਣਾ ਪਾਣੀ ਮਿਲਣਾ ਹੈ। ਸਭ ਦਾ ਦਾਣਾ ਪਾਣੀ ਮਿੱਥ ਕੇ ਉੱਥੇ ਭੇਜਦਾ ਹੈ ਦੁਨੀਆ ਦਾ ਸਫ਼ਰ ਤੈਅ ਕਰਨ ਲਈ, ਪੰਧ ਤੈਅ ਕਰਨ ਲਈ। ਹਰ ਵੇਲੇ ਸਾਡੀ ਰਾਖੀ ਕਰਦਾ ਹੈ ਉਹ ਪਰਮਾਤਮਾ। ਸੋ ਦਾਤਾ ਉਹ ਜਿਹੜਾ ਬਿਨਾਂ ਕਹਿਣ ਤੋਂ ਹੀ ਤੁਹਾਡੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ, ਜੋ ਰੀਝਾਂ ਨੇ, ਖਾਹਿਸ਼ਾਂ ਨੇ, ਉਹਨਾਂ ਨੂੰ ਜਾਣ ਲਵੇ ਅਤੇ ਉਹ ਦਾਤਾ ਤੁਹਾਨੂੰ ਵੰਡ ਦੇਵੇ। ਹੁਣ ਇੱਥੇ ਦਾਤੇ ਸ਼ਬਦ ਕਿਉਂ ਵਰਤਿਆ ਗਿਆ ਹੈ, ਕੀ ਹੈ ਇਸ ਪਾਠ ਦੇ ਵਿੱਚ, ਇਹ ਦਾਤੇ ਸ਼ਬਦ ਕਿਸ ਵਾਸਤੇ ਵਰਤਿਆ ਗਿਆ ਹੈ, ਆਪਾਂ ਇਸ ਪਾਠ ਨੂੰ ਪੜ੍ਹਾਂਗੇ ਅਤੇ ਪੜ੍ਹ ਕੇ ਜਾਣਾਂਗੇ ਕਿ ਦਾਤੇ ਕੌਣ ਹਨ। ਸਾਊ ਇੱਦਾਂ ਨਹੀਂ ਕਰੀਦਾ, ਮਾਪੇ ਮਾਪੇ ਹੀ ਹੁੰਦੇ ਹਨ। ਜਦੋਂ ਤੂੰ ਆਪ ਇਸ ਅਵਸਥਾ ਵਿੱਚ ਪਹੁੰਚੇਗਾ ਤੈਨੂੰ ਸਭ ਸਮਝ ਆ ਜਾਏਗਾ। ਸਾਊ ਸ਼ਬਦ ਵਰਤਿਆ ਗਿਆ ਹੈ ਸੰਬੋਧਨ ਕਰਨ ਲਈ, ਬੁਲਾਉਣ ਲਈ। ਸਾਊ ਦਾ ਅਰਥ ਹੁੰਦਾ ਹੈ ਸਿਆਣਾ, ਸਮਝਦਾਰ, ਸੁਲਝਿਆ ਹੋਇਆ, ਜੈਂਟਲ ਟਾਈਪ ਜਿਹੜਾ ਵਿਅਕਤੀ ਹੈ ਉਹਨੂੰ ਅਸੀਂ ਸਾਊ ਵਿਅਕਤੀ ਕਹਿ ਦਿੰਦੇ ਹਾਂ। ਅਵਸਥਾ ਸ਼ਬਦ ਆਇਆ, ਅਵਸਥਾ ਹੁੰਦੀ ਹੈ ਹਾਲਤ, ਸਥਿਤੀ। ਇੱਥੇ ਹੁਣ ਗੱਲ ਕੀਤੀ ਹੈ ਸ਼ੁਰੂ ਸੱਜਣ ਸਿੰਘ ਵਿਅਕਤੀ ਨੇ, ਜਿਹੜਾ ਬਜ਼ੁਰਗ ਵਿਅਕਤੀ ਤੁਹਾਨੂੰ ਤਸਵੀਰ ਵਿੱਚ ਦਿਸ ਰਿਹਾ ਹੈ, ਇਹ ਹੈ ਸੱਜਣ ਸਿੰਘ। ਇਹਨੇ ਗੱਲ ਸ਼ੁਰੂ ਕੀਤੀ ਨਾਲ ਖੜੇ ਵਿਅਕਤੀ ਦੇ ਨਾਲ, ਉਹਨੂੰ ਕਹਿ ਰਿਹਾ ਕਿ ਇੱਦਾਂ ਨਹੀਂ ਕਰੀਦਾ, ਮਾਪੇ ਤੇ ਮਾਪੇ ਹੀ ਹੁੰਦੇ ਨੇ। ਜਦੋਂ ਤੂੰ ਇਸ ਅਵਸਥਾ ਵਿੱਚ ਪਹੁੰਚੇਗਾ, ਭਾਵ ਜਦੋਂ ਤੂੰ ਇਸ ਹਾਲਤ ਵਿੱਚ ਪਹੁੰਚੇਗਾ, ਜਦੋਂ ਤੇਰੀ ਇਹ ਕੰਡੀਸ਼ਨ ਹੋ ਜਾਏਗੀ, ਬਜ਼ੁਰਗ ਅਵਸਥਾ ਆ ਜਾਏਗੀ, ਤੈਨੂੰ ਸਾਰਾ ਕੁਝ ਆਪਣੇ ਆਪ ਸਮਝ ਆ ਜਾਏਗਾ। ਸੱਜਣ ਸਿੰਘ ਨੇ ਉਸ ਨੂੰ ਸਮਝਾਇਆ। ਇਹ ਸਿਰਫ ਸੱਜਣ ਸਿੰਘ ਨੂੰ ਹੀ ਪਤਾ ਸੀ ਕਿ ਕੀ ਭਾਣਾ ਵਾਪਰਨ ਵਾਲਾ ਸੀ। ਹੁਣ ਸੱਜਣ ਸਿੰਘ ਨੂੰ ਪਤਾ ਸੀ ਕੋਈ ਮਾੜਾ ਭਾਣਾ, ਕੋਈ ਘਟਨਾ ਵਾਪਰਨ ਵਾਲੀ ਸੀ। ਕੀ ਘਟਨਾ ਵਾਪਰਨ ਵਾਲੀ ਸੀ, ਕਿਹੜੀ ਅਣਹੋਣੀ ਗੱਲ ਹੋਣ ਵਾਲੀ ਸੀ, ਇੱਕ ਸਸਪੈਂਸ ਰੱਖ ਦਿੱਤਾ ਸਾਡੇ ਸਾਹਮਣੇ। ਆਓ ਆਪਾਂ ਇਸ ਸਸਪੈਂਸ ਸੰਬੰਧੀ ਜਾਣਕਾਰੀ ਹਾਸਲ ਕਰਨੇ ਆ, ਇਹਨੂੰ ਖੋਲ੍ਹਦੇ ਹਾਂ ਹੌਲੀ ਹੌਲੀ, ਪਰਤ ਦਰ ਪਰਤ। ਜਦੋਂ ਅਸੀਂ ਪੜ੍ਹਾਂਗੇ ਸਾਡੇ ਸਾਹਮਣੇ ਇਹ ਰਾਜ਼ ਖੁੱਲ੍ਹਦਾ ਜਾਏਗਾ ਕਿ ਕਿਹੜਾ ਭਾਣਾ ਵਾਪਰਨ ਵਾਲਾ ਸੀ, ਕਿਹੜੀ ਅਵਸਥਾ ਦੀ ਗੱਲ ਹੋ ਰਹੀ ਹੈ, ਕਿਉਂ ਇਹਨੂੰ ਸਮਝਾਇਆ ਜਾ ਰਿਹਾ ਹੈ। ਉਸ ਦਾ ਮੁੰਡਾ ਬਿੰਦਰ ਹੀਰਾਮਣੀ ਦਾ ਜਮਾਤੀ ਸੀ। ਬਿੰਦਰ ਤੇ ਹੀਰਾਮਣੀ ਪਿਛਲੇ 2 ਹਫ਼ਤਿਆਂ ਤੋਂ ਉਸ ਸਮੱਸਿਆ 'ਚੋਂ ਬਾਹਰ ਨਿਕਲਣ ਦਾ ਕੋਈ ਰਾਹ ਲੱਭ ਰਹੇ ਸਨ। ਇਸ ਵਾਸਤੇ ਉਹਨਾਂ ਉਹ ਸਾਰੇ ਹੀਲੇ ਤੇ ਹਰਬੇ ਵਰਤੇ ਜਿਹੜੇ ਵਰਤੇ ਜਾ ਸਕਦੇ ਸਨ। ਜਦੋਂ ਸੱਜਣ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਝੱਟ ਦੇਣੀ ਸੋਟੀ ਟੇਕਦਾ ਉਸ ਦੇ ਘਰ ਪਹੁੰਚ ਗਿਆ। ਹੀਲੇ ਤੇ ਹਰਬੇ ਸ਼ਬਦ ਆਇਆ ਹੈ। ਹੀਲਾ ਵਸੀਲਾ ਜਿਹੜਾ ਅਸੀਂ ਕਹਿ ਦਿੰਦੇ ਹਾਂ ਤਰੀਕਾ, ਹਰਬੇ ਦਾ ਮਤਲਬ ਵੀ ਤਰੀਕਾ ਹੈ। ਹਰ ਤਰੀਕਿਆਂ ਦੇ ਨਾਲ, ਹਰ ਹੀਲੇ ਵਸੀਲੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜਿਹੜੀ ਸਮੱਸਿਆ ਸੀ ਇਹਦਾ ਰਾਹ ਕੋਈ ਲੱਭਿਆ ਜਾ ਸਕੇ।
ਪਰ ਅਜੇ ਤੱਕ ਉਹ 2 ਹਫ਼ਤਿਆਂ ਤੋਂ, ਪਿਛਲੇ 2 ਹਫ਼ਤੇ ਮਤਲਬ 15 ਦਿਨਾਂ ਤੋਂ ਇਹੀ ਚੀਜ਼ ਸੋਚ ਰਹੇ ਨੇ। ਕੌਣ? ਸੱਜਣ ਸਿੰਘ ਦਾ ਮੁੰਡਾ ਬਿੰਦਰ ਤੇ ਹੀਰਾਮਣੀ। ਹੀਰਾਮਣੀ ਵਿਅਕਤੀ ਇਹ ਹੈ ਜਿਹੜਾ ਤੁਹਾਡੇ ਸਾਹਮਣੇ ਹੈ ਤਸਵੀਰ ਦੇ ਵਿੱਚ, ਲਾਲ ਕੱਪੜਿਆਂ ਦੇ ਵਿੱਚ, ਇਹ ਹੀਰਾਮਣੀ ਹੈ। ਇਹ ਦੋਵੇਂ, ਬਿੰਦਰ ਇਸ ਬਜ਼ੁਰਗ ਦਾ ਮੁੰਡਾ ਹੈ ਬਿੰਦਰ, ਤੇ ਹੀਰਾਮਣੀ, ਇਹ ਦੋਵੇਂ ਇੱਕ ਜਮਾਤ ਵਿੱਚ ਪੜ੍ਹਦੇ ਸਨ। ਇਹ ਦੋਨੋਂ ਦੋਸਤ ਸਨ। ਸੋ ਪਿਛਲੇ 2 ਹਫ਼ਤਿਆਂ ਤੋਂ, ਤਕਰੀਬਨ 15 ਦਿਨਾਂ ਤੋਂ ਉਹ ਇਸ ਸਮੱਸਿਆ ਦਾ ਕੋਈ ਸਮਾਧਾਨ ਲੱਭ ਰਹੇ ਸਨ, ਇਸ ਦਾ ਹੱਲ ਲੱਭ ਰਹੇ ਸਨ, ਤੇ ਬੜੇ ਉਹਨਾਂ ਨੇ ਤਰੀਕੇ ਵਰਤੇ ਸੀ, ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਕਿ ਇਹਦੇ ਵਿੱਚੋਂ ਬਾਹਰ ਆ ਸਕੀਏ। ਹੁਣ ਜਦੋਂ ਇਸ ਗੱਲ ਦਾ ਸੱਜਣ ਸਿੰਘ ਨੂੰ ਪਤਾ ਲੱਗਾ ਹੈ ਤੇ ਉਹ ਝੱਟ ਵੀ ਫਟਾਫਟ ਉਹ ਆਪਣੀ ਸੋਟੀ ਟੇਕਦਾ, ਭਾਵ ਸੋਟੀ ਨੂੰ ਜਿਵੇਂ ਸਿਆਣਾ ਵਿਅਕਤੀ ਜਿਹੜਾ ਉਹ ਟਿਕਾ ਕੇ ਰੱਖਦਾ ਤੁਰਨ ਸਮੇਂ, ਤਾਂ ਕਿ ਉਹਦੀ ਸਪੋਰਟ ਹੁੰਦੀ ਹੈ ਸੋਟੀ, ਡੰਗੋਰੀ ਉਹਦੀ ਜਾਂ ਖੁੰਡੀ, ਉਹ ਸੋਟੀ ਨੂੰ ਪਹਿਲਾਂ ਟਿਕਾਏਗਾ ਜ਼ਮੀਨ ਦੇ ਉੱਤੇ, ਫਿਰ ਆਪਣਾ ਕਦਮ ਅੱਗੇ ਪੁੱਟੇਗਾ ਤਾਂ ਕਿ ਕਿਤੇ ਉਹ ਡਿੱਗ ਨਾ ਜਾਏ, ਉਹਦਾ ਪੈਰ ਨਾ ਉਖੜ ਜਾਏ। ਸੋ ਕਿਸੇ ਨਾ ਕਿਸੇ ਤਰੀਕੇ ਨਾਲ ਕਿੱਥੇ ਪਹੁੰਚ ਗਿਆ? ਹੀਰਾਮਣੀ ਦੇ ਘਰ ਪਹੁੰਚ ਗਿਆ ਉਹਨੂੰ ਸਮਝਾਉਣ ਲਈ। ਹੀਰਿਆ, ਇਹ ਵੀ ਭਲਾ ਕੋਈ ਗੱਲ ਹੋਈ? ਕੀ ਕਮੀ ਹੈ ਤੁਹਾਨੂੰ? ਤੁਸੀਂ ਕਿਉਂ ਨਹੀਂ ਲੈ ਜਾਂਦੇ ਆਪਣੇ ਨਾਲ? ਸੁੱਖ ਨਾਲ ਦੋਵੇਂ ਜੀ ਕਮਾਉਂਦੇ ਖਾਂਦੇ ਹੋ, ਸੋਹਣਾ ਗੁਜ਼ਾਰਾ ਚੱਲਦਾ ਹੈ। ਸਮਝਾਉਣ ਲਈ ਆ ਗਿਆ ਹੀਰਾਮਣੀ ਨੂੰ ਸੱਜਣ ਸਿੰਘ। ਜਿਵੇਂ ਵੀ ਉਹਦੇ ਕੋਲੋਂ ਆਇਆ ਗਿਆ, ਉੱਥੇ ਪਹੁੰਚ ਗਿਆ ਉਹਦੇ ਘਰੇ, ਤੇ ਉਹਨੂੰ ਆ ਕੇ ਸਮਝਾ ਰਿਹਾ ਵੀ ਕੀ ਕਮੀ ਹੈ ਤੁਹਾਨੂੰ? ਪੈਸਿਆਂ ਦੀ ਕੋਈ ਕਮੀ ਹੈ? ਕਿਹੜੀ ਗੱਲ ਦਾ ਘਾਟਾ ਹੈ ਤੁਹਾਨੂੰ? ਤੁਸੀਂ ਦੋਵੇਂ ਜੀ, ਭਾਵ ਮੀਆਂ ਬੀਵੀ, ਪਤੀ ਪਤਨੀ, ਤੁਸੀਂ ਕਮਾਉਂਦੇ ਹੋ, ਖਾਂਦੇ ਹੋ, ਬੜਾ ਵਧੀਆ ਗੁਜ਼ਾਰਾ ਚੱਲ ਰਿਹਾ, ਤੇ ਫਿਰ ਨਾਲ ਕਿਉਂ ਨਹੀਂ ਲੈ ਕੇ ਜਾਂਦੇ? ਹੁਣ ਕਿਹਨੂੰ ਨਾਲ ਲੈ ਕੇ ਜਾਣ ਦੀ ਗੱਲ ਹੋ ਰਹੀ ਹੈ? ਇੱਥੇ ਮਾਂ ਨੂੰ ਨਾਲ ਲਿਜਾਣ ਦੀ ਗੱਲ ਹੋ ਰਹੀ ਹੈ। ਤਾਇਆ ਜੀ, ਤੁਸੀਂ ਨਹੀਂ ਸਮਝ ਸਕਦੇ, ਵੱਡੇ ਸ਼ਹਿਰਾਂ ਵਿੱਚ ਬਹੁਤ ਸਮੱਸਿਆਵਾਂ ਹੁੰਦੀਆਂ ਹਨ। ਅਸੀਂ ਪਹਿਲਾਂ ਹੀ ਆਪਣੀ ਗ੍ਰਹਿਸਥੀ ਵਿੱਚ ਫਸੇ ਹੋਏ ਹਾਂ ਤੇ ਬੱਚਿਆਂ ਦੀਆਂ ਪੜ੍ਹਾਈਆਂ ਨੇ ਸਾਡੀ ਹੋਸ਼ ਭੁਲਾਈ ਪਈ ਹੈ। ਅਸੀਂ ਕੀ ਕਰੀਏ? ਕੀ ਕਹਿ ਰਿਹਾ ਹੈ ਹੀਰਾਮਣੀ? ਕਹਿੰਦਾ ਤੁਸੀਂ ਇਹ ਚੀਜ਼ਾਂ ਨਹੀਂ ਸਮਝ ਸਕਦੇ ਕਿ ਵੱਡੇ ਸ਼ਹਿਰਾਂ ਵਿੱਚ ਰਹਿਣਾ ਕਿਤੇ ਸੌਖਾ ਨਹੀਂ, ਬਹੁਤ ਪਰੇਸ਼ਾਨੀਆਂ ਹੁੰਦੀਆਂ ਨੇ। ਅਸੀਂ ਪਹਿਲਾਂ ਹੀ ਆਪਣੇ ਗ੍ਰਹਿਸਥੀ ਵਿੱਚ ਫਸੇ ਹੋਏ ਹਾਂ। ਗ੍ਰਹਿਸਥੀ ਜਿਹੜਾ ਜੀਵਨ ਉਹ ਜਿਉ ਰਹੇ ਨੇ, ਜਿਹਦੇ ਵਿੱਚ ਬੱਚੇ ਨੇ, ਪਤਨੀ ਹੈ, ਆਪ ਹੈ ਉਹ। ਕਹਿੰਦਾ ਬੱਚਿਆਂ ਦੀਆਂ ਪੜ੍ਹਾਈਆਂ ਹੀ ਇੰਨੀਆਂ ਮਹਿੰਗੀਆਂ ਹੋ ਗਈਆਂ ਨੇ ਵੀ ਸਾਡੀ ਹੋਸ਼ ਭੁਲਾਈ ਪਈ ਉਹਨਾਂ ਨੇ, ਕਿ ਅਸੀਂ ਬਹੁਤ ਉਲਝੇ ਹੋਏ ਹਾਂ ਇਹਨਾਂ ਕੰਮਾਂ ਦੇ ਵਿੱਚ, ਕਿ ਪਤਾ ਨਹੀਂ ਸਾਡਾ ਕਿਵੇਂ ਗੁਜ਼ਾਰਾ ਚੱਲ ਰਿਹਾ। ਸਾਨੂੰ ਖੁਦ ਨਹੀਂ ਪਤਾ, ਅਸੀਂ ਪਹਿਲਾਂ ਹੀ ਬਹੁਤ ਉਲਝੇ ਹਾਂ ਕਿ ਸਾਡਾ ਵੇਲ ਹੀ ਨਹੀਂ ਕਿਸੇ ਪਾਸੇ ਲੱਗਦਾ। ਕੰਮਾਂ ਵਿੱਚ ਅਸੀਂ ਫਸੇ ਪਏ ਹਾਂ, ਅਸੀਂ ਕੀ ਕਰੀਏ? ਪਰ ਅਜੇ ਪਰ ਸ਼ਬਦ ਨਿਕਲਿਆ ਹੀ ਸੀ ਕਿਹਦੇ ਮੂੰਹੋਂ? ਤਾਏ ਦੇ ਮੂੰਹੋਂ, ਸੱਜਣ ਸਿੰਘ ਦੇ ਮੂੰਹੋਂ। ਤਾਏ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਹੀਰਾਮਣੀ ਨੇ ਉਸ ਨੂੰ ਇਹ ਆਖ ਕੇ ਚੁੱਪ ਕਰਾ ਦਿੱਤਾ ਕਿ ਉਹ ਸ਼ਹਿਰ ਵਿੱਚ ਉਸ ਦੀ ਸਥਿਤੀ ਸਮਝ ਨਹੀਂ ਸਕਦਾ, ਇਸ ਲਈ ਉਹ ਕੁਝ ਨਾ ਹੀ ਕਹੇ ਤਾਂ ਚੰਗਾ ਸੀ। ਉੱਧਰ ਤਾਏ ਨੂੰ ਰਹਿ ਕੇ ਇਹ ਸਮਝ ਨਹੀਂ ਸੀ ਆ ਰਹੀ ਕਿ ਹੀਰਾਮਣੀ ਉਸ ਦੀ ਕੋਈ ਗੱਲ ਸੁਣਨ ਲਈ ਤਿਆਰ ਕਿਉਂ ਨਹੀਂ ਸੀ। ਆਖਰ ਉਸ ਦੀ ਮਾਂ ਸੱਜਣ ਸਿੰਘ ਦੀ ਵੀ ਕੁਝ ਲੱਗਦੀ ਸੀ। ਉਹ ਉਸ ਦੇ ਬਚਪਨ ਦੇ ਸਾਥੀ ਦੀ ਘਰ ਵਾਲੀ ਸੀ। ਬੜੀ ਦੇਰ ਉਹ ਸੋਟੀ ਨਾਲ ਜ਼ਮੀਨ ਠਕੋਰਦਾ ਰਿਹਾ। ਹੁਣ ਤਾਏ ਨੂੰ ਕਹਿਣ ਨਹੀਂ ਦਿੱਤਾ ਕੁਝ ਵੀ ਹੀਰਾਮਣੀ ਨੇ। ਸੱਜਣ ਸਿੰਘ ਤੇ ਸਮਝਾਉਣ ਲਈ ਆਇਆ ਸੀ ਉਹਦੇ ਘਰੇ ਕਿ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਜਾਵੇ। ਹੁਣ ਤਾਏ ਨੂੰ, ਸੱਜਣ ਸਿੰਘ ਨੂੰ ਭਾਵੇਂ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਹੜੇ ਤਰੀਕੇ ਨਾਲ ਹੀਰਾਮਣੀ ਨੂੰ ਸਮਝਾਵੇ, ਕਿਉਂਕਿ ਉਹਨੂੰ ਫਿਕਰ ਹੋ ਰਿਹਾ ਸੀ ਕਿ ਹੀਰਾਮਣੀ ਦੀ ਮਾਂ ਹੈ ਜਿਹੜੀ ਉਹ ਇਕੱਲੀ ਇੱਥੇ ਰਹਿ ਜਾਏਗੀ। ਤੇ ਹੀਰਾਮਣੀ ਦੀ ਜਿਹੜੀ ਮਾਂ ਸੀ ਉਹ ਇੱਕ ਤਰੀਕੇ ਨਾਲ ਭਾਬੀ ਲੱਗਦੀ ਸੀ, ਭਰਜਾਈ ਲੱਗਦੀ ਸੀ ਸੱਜਣ ਸਿੰਘ ਦੀ, ਕਿਉਂਕਿ ਸੱਜਣ ਸਿੰਘ ਤੇ ਹੀਰਾਮਣੀ ਦਾ ਜਿਹੜਾ ਪਿਤਾ ਸੀ ਉਹ ਦੋਵੇਂ ਬਚਪਨ ਦੇ ਸਾਥੀ ਸਨ, ਦੋਸਤ ਸਨ, ਬਚਪਨ ਤੋਂ ਹੀ ਇਕੱਠੇ ਰਹੇ। ਤੇ ਉਹਦੇ ਬਚਪਨ ਦੇ ਸਾਥੀ ਦੀ ਘਰ ਵਾਲੀ ਸੀ ਉਹ, ਸੋ ਭਾਬੀ ਸੀ, ਉਹਦੀ ਭਰਜਾਈ ਸੀ। ਇਸ ਲਈ ਉਹਨੂੰ ਬੜਾ ਫਿਕਰ ਹੋ ਰਿਹਾ ਸੀ ਕਿ ਉਹ ਵਿਚਾਰੀ ਇਕੱਲੀ ਕਿਵੇਂ ਰਹੇਗੀ। ਬਹੁਤ ਦੇਰ ਉਹ ਆਪਣੀ ਸੋਟੀ ਸੀ ਜਿਹੜੀ ਉਹਨੂੰ ਜ਼ਮੀਨ ਦੇ ਉੱਤੇ ਠਕੋਰਦਾ ਰਿਹਾ, ਭਾਵ ਖੜਕਾਉਂਦਾ ਰਿਹਾ ਹੌਲੀ ਹੌਲੀ, ਜਿੱਦਾਂ ਠੱਕ ਠੱਕ ਕਰਕੇ ਹੌਲੀ ਹੌਲੀ ਜ਼ਮੀਨ ਦੇ ਉੱਤੇ ਆਪਾਂ ਸੋਟੀ ਨੂੰ ਮਾਰੀਦਾ ਏ। ਇਸ ਤਰੀਕੇ ਨਾਲ ਸੋਚਾਂ 'ਚ ਰਿਹਾ ਉਹ ਬਹੁਤ ਸਾਰੀ ਉਧੇੜ ਬੁਣ ਵਿੱਚ ਸੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਵੇਂ ਗੱਲ ਸ਼ੁਰੂ ਕਰੇ। ਹੀਰਾਮਣੀ ਨੂੰ ਸਮਝਾਉਣਾ ਜ਼ਰੂਰੀ ਸੀ। ਭਾਵੇਂ ਉਹ 30-35 ਸਾਲ ਦਾ ਜਵਾਨ ਆਦਮੀ ਸੀ ਤੇ ਸ਼ਹਿਰ ਵਿੱਚ ਕੁੜੀਆਂ ਦੇ ਕਾਲਜ ਵਿੱਚ ਪੜ੍ਹਾਉਂਦਾ ਸੀ, ਪਰ
ਫਿਰ ਵੀ ਅੱਜ ਸੱਜਣ ਸਿੰਘ ਨੂੰ ਉਹ ਬਿਲਕੁਲ ਨਾ ਸਮਝ ਅਣਜਾਣਾ ਜਾਪ ਰਿਹਾ ਸੀ। ਉਧੇੜ ਪਾਉਣ ਵਿੱਚ ਸੀਗਾ ਹੁਣ ਬਾਬਾ ਸੱਜਣ ਸਿੰਘ। ਬਹੁਤ ਸੋਚ ਰਿਹਾ ਸੀ, ਡੂੰਘੀਆਂ ਸੋਚਾਂ ਵਿੱਚ ਡੁੱਬਿਆ ਸੀ, ਦੁਚਿੱਤੀ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ, ਕਿਵੇਂ ਗੱਲ ਸ਼ੁਰੂ ਕਰਾਂ, ਕਿਵੇਂ ਇਹਨੂੰ ਸਮਝਾਵਾਂ। ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ, ਪਰ ਉਹਨੂੰ ਇੰਨਾ ਵੀ ਪਤਾ ਸੀ ਕਿ ਜੇ ਅੱਜ ਨਾ ਇਹਨੂੰ ਸਮਝਾਇਆ ਤੇ ਫਿਰ ਬਹੁਤ ਦੇਰ ਹੋ ਜਾਏਗੀ। ਹੀਰਾਮਣੀ ਨੂੰ ਸਮਝਾਉਣਾ ਜ਼ਰੂਰੀ ਹੈ, ਭਾਵੇਂ ਕਿ ਹੀਰਾਮਣੀ ਦੀ ਉਮਰ 30-35 ਸਾਲ ਦੀ ਹੈ, ਜਵਾਨ ਹੈ, ਉਹ ਸ਼ਹਿਰ ਵਿੱਚ ਕੁੜੀਆਂ ਦੇ ਕਾਲਜ ਵਿੱਚ ਪੜ੍ਹਾਉਂਦਾ ਹੈ, ਅਧਿਆਪਕ ਹੈ, ਪਰ ਫਿਰ ਵੀ ਉਹਨੂੰ ਅੱਜ ਇੰਝ ਲੱਗ ਰਿਹਾ ਸੀ ਕਿ ਜਿਵੇਂ ਇਹਦੀ ਸੋਚ ਨਿਆਣਿਆਂ ਵਰਗੀ, ਅਣਜਾਣ ਇਸ ਚੀਜ਼ ਤੋਂ ਕਿ ਉਹਦੀ ਮਾਂ ਨਾਲ ਕੀ ਵਾਪਰੇਗਾ, ਉਹਦੇ ਤੋਂ ਪਿੱਛੋਂ ਕੌਣ ਉਹਦੀ ਸਾਂਭ ਸੰਭਾਲ ਕਰੇਗਾ। ਹੁਣ ਇੱਥੇ ਕਿਸ ਤਰੀਕੇ ਨਾਲ ਇਸ ਬਾਬੇ ਨੇ ਹੀਰਾਮਣੀ ਨੂੰ ਸਮਝਾਉਣਾ, ਇੱਕ ਬਹੁਤ ਹੀ ਇੰਟਰਸਟਿੰਗ ਜਿਹੀ ਕਹਾਣੀ ਸੁਣਾਉਣੀ ਹੈ। ਜਿਹੜੀ ਇਹ ਕਹਾਣੀ ਸੁਣਾਉਣੀ ਹੈ, ਮੈਂ ਆਸ ਕਰਦੀ ਹਾਂ ਕਿ ਤੁਸੀਂ ਵੀ ਇਸ ਕਹਾਣੀ ਤੋਂ ਕੋਈ ਸੇਧ ਲੈ ਸਕੋਗੇ। ਆਓ ਆਪਾਂ ਅੱਗੇ ਪੜ੍ਹਦੇ ਹਾਂ। ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਉਸਨੇ ਹੀਰਾਮਣੀ ਨੂੰ ਕੋਲ ਬਹਾਇਆ ਮਤਲਬ ਬਿਠਾਇਆ ਤੇ ਕਿਹਾ, ਪੁੱਤ ਕਰੀ ਆਪਣੀ ਸਲਾਹ ਨਾਲ, ਪਰ ਮੇਰੀ ਸਿਰਫ ਇੱਕ ਗੱਲ ਸੁਣ ਜਾ। ਬਿਠਾ ਲਿਆ ਤੇ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗਾ ਏ ਬਾਬਾ ਸੱਜਣ ਸਿੰਘ। ਕੀ ਕਹਿਣ ਲੱਗਾ ਏ, ਆਓ ਵੇਖਦੇ ਹਾਂ ਕਿ ਹੀਰਾਮਣੀ ਉਹਦੀ ਗੱਲ ਸੁਣੇਗਾ। ਜੇ ਸੁਣੇਗਾ ਤੇ ਕੀ ਗੱਲ ਹੈ ਉਹ ਜਿਹੜੀ ਉਹ ਜ਼ਰੂਰੀ ਗੱਲ ਕਰਨ ਜਾ ਰਿਹਾ ਹੈ। ਪਤਾ ਨਹੀਂ ਕਿਹੜੀ ਗੱਲ ਸੀ ਜਿਸ ਕਰਕੇ ਹੀਰਾਮਣੀ ਉਸ ਦੀ ਗੱਲ ਸੁਣਨ ਲਈ ਤਿਆਰ ਹੋ ਪਿਆ। ਹੀਰਾਮਣੀ ਜੋ ਕਿ ਪਹਿਲਾਂ ਮੰਨ ਹੀ ਨਹੀਂ ਸੀ ਰਿਹਾ ਕੋਈ ਉਹਨਾਂ ਦੀ ਗੱਲ ਸੁਣਨ ਨੂੰ, ਪਰ ਹੁਣ ਇੱਕਦਮ ਉਹ ਤਿਆਰ ਹੋ ਗਿਆ ਸੀ ਕਿ ਜੋ ਵੀ ਗੱਲ ਤਾਏ ਨੇ ਕਹਿਣੀ ਹੈ ਮੈਂ ਸੁਣ ਲਵਾਂ। ਉਹ ਕਹਿਣ ਲੱਗਾ, ਅੱਛਾ ਦੱਸੋ ਤਾਇਆ ਜੀ, ਤੁਸੀਂ ਕੀ ਆਖਦੇ ਹੋ, ਪਰ ਲੰਮੀ ਕਹਾਣੀ ਨਾ ਪਾਇਓ। ਤੁਸੀਂ ਅਕਸਰ ਲੰਮੀ ਕਹਾਣੀ ਸ਼ੋਅ ਲੈਂਦੇ ਹੋ, ਮੇਰੇ ਕੋਲ ਇੰਨਾ ਟਾਈਮ ਹੈ ਨਹੀਂ, ਹੀਰਾਮਣੀ ਨੇ ਕਿਹਾ। ਨਾਲ ਹੀ ਹੀਰਾਮਣੀ ਨੇ ਦੱਸ ਦਿੱਤਾ ਹੈ ਕਿ ਗੱਲ ਮੈਂ ਤੁਹਾਡੀ ਸੁਣ ਲੈਣਾ, ਪਰ ਕੋਈ ਲੰਮੀ ਕਹਾਣੀ ਨਾ ਛੇੜ ਲਿਓ, ਕਿਉਂਕਿ ਤੁਸੀਂ ਅਕਸਰ ਹੀ ਜਦੋਂ ਸਮਝਾਉਂਦੇ ਹੋ ਜਾਂ ਕੋਈ ਗੱਲ ਕਰਦੇ ਹੋ ਤਾਂ ਬੜੀਆਂ ਲੰਮੀਆਂ ਕਹਾਣੀਆਂ ਪਾ ਲੈਂਦੇ ਹੋ। ਆਦਤ ਹੁੰਦੀ ਬਜ਼ੁਰਗਾਂ ਨੂੰ, ਛੇਤੀ ਗੱਲ ਖ਼ਤਮ ਨਹੀਂ ਕਰਦੇ, ਅਤੇ ਨਿਊ ਜਨਰੇਸ਼ਨ ਹੈ ਜਿਹੜੀ ਉਹ ਫੈਡਅਪ ਹੋਣ ਲੱਗ ਪੈਂਦੀ ਹੈ। ਉਹ ਕਹਿੰਦੇ ਨੇ ਕਿ ਛੇਤੀ ਛੇਤੀ ਪੁਆਇੰਟ ਟੂ ਪੁਆਇੰਟ ਸਾਡੇ ਨਾਲ ਗੱਲ ਕਰੋ। ਅਸੀਂ ਉਹਨਾਂ ਦੀ ਕੰਡੀਸ਼ਨ ਨੂੰ ਸਮਝਣ ਦੀ ਸ਼ਾਇਦ ਕੋਸ਼ਿਸ਼ ਹੀ ਨਹੀਂ ਕਰਦੇ, ਜਦੋਂ ਕਿ ਇਹ ਅਵਸਥਾ ਸਭ ਦੇ ਉੱਤੇ ਆਉਣੀ ਹੈ, ਬੁਢਾਪਾ ਸਭ ਦੇ ਉੱਤੇ ਆਉਣਾ ਹੈ। ਉਮਰ ਦਾ ਇੱਕ ਪੰਧ ਲੰਘ ਕੇ ਅਗਲਾ ਪੰਧ ਆਉਣਾ ਹੀ ਹੈ, ਇਹੀ ਜੀਵਨ ਦੀ ਸੱਚਾਈ ਹੈ। ਇਸ ਸੱਚਾਈ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਪਰ ਸਾਨੂੰ ਇਉਂ ਲੱਗਦਾ ਹੈ ਕਿ ਜਿਹੜੀ ਏਜ ਵਿੱਚ ਅਸੀਂ ਹਾਂ ਸ਼ਾਇਦ ਇਹੀ ਉਮਰ ਸਾਡੇ ਕੋਲ ਰਹਿਣੀ ਹੈ। ਜਿਹੜੇ ਸਾਡੇ ਤੋਂ ਸਿਆਣੇ ਨੇ, ਬਜ਼ੁਰਗ ਨੇ, ਉਹ ਜੋ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਸਾਡੀ ਜਨਰੇਸ਼ਨ ਦਾ ਪਤਾ ਹੀ ਨਹੀਂ, ਉਹਨਾਂ ਨੂੰ ਅੱਜ ਕੱਲ੍ਹ ਦੇ ਸਮੇਂ ਦਾ ਪਤਾ ਨਹੀਂ, ਪਰ ਸ਼ਾਇਦ ਅਸੀਂ ਇਹਨਾਂ ਚੀਜ਼ਾਂ ਤੋਂ ਅਣਜਾਣ ਹੁੰਦੇ ਹਾਂ ਕਿ ਉਹਨਾਂ ਨੇ ਵੀ ਇਹ ਜ਼ਿੰਦਗੀ ਭੋਗੀ ਹੈ। ਉਹਨਾਂ ਦੇ ਸਮੇਂ ਵਿੱਚ ਵੀ ਜਨਰੇਸ਼ਨ ਗੈਪਸ ਆਏ ਸਨ, ਉਹਨਾਂ ਨੇ ਵੀ ਇਹਨਾਂ ਹਾਲਤਾਂ ਨੂੰ ਹੰਢਾਇਆ ਹੈ, ਇਹਨਾਂ ਸਥਿਤੀਆਂ ਦੇ ਵਿੱਚੋਂ ਉਹ ਵੀ ਲੰਘ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਹੈ ਉਹ ਸਾਡੇ ਨਾਲੋਂ ਵੱਧ ਹੈ। ਉਹਨਾਂ ਦੀ ਉਮਰ ਪੱਕ ਚੁੱਕੀ ਹੈ, ਉਹ ਵੱਡੇ ਹਨ, ਉਹਨਾਂ ਨੇ ਉਮਰ ਦੇ ਬਹੁਤ ਪੈਂਡੇ ਲੰਘੇ ਹਨ, ਬਹੁਤ ਪੈਂਡੇ ਲੰਘ ਕੇ ਬਹੁਤ ਤਜਰਬਾ ਉਹਨਾਂ ਨੇ ਹਾਸਲ ਕੀਤਾ ਹੈ। ਸੋ ਉਹਨਾਂ ਦਾ ਰੁਤਬਾ ਸਾਡੇ ਨਾਲੋਂ ਵੱਡਾ ਹੈ, ਉਹਨਾਂ ਦਾ ਐਕਸਪੀਰੀਅੰਸ ਵੀ ਜ਼ਿਆਦਾ ਹੈ। ਸੋ ਉਹਨਾਂ ਦੀ ਗੱਲ ਸਾਡਾ ਸੁਣਨ ਦਾ ਸਾਡਾ ਫਰਜ਼ ਬਣਦਾ ਹੈ। ਆਓ ਸੁਣਦੇ ਹਾਂ ਹੁਣ ਬਾਬੇ ਨੇ ਕਿਹੜੀ ਗੱਲ ਛੋਈ ਹੈ। ਤਾਇਆ ਸੱਜਣ ਸਿੰਘ ਹੈ ਜਿਹੜਾ, ਕਿਹੜੀ ਗੱਲ ਕਹਿੰਦਾ ਹੈ। ਪੁੱਤ ਹੀਰਿਆ ਬਿੰਦਰ ਆਖਦਾ ਹੁੰਦਾ ਸੀ ਕਿ ਜਦੋਂ ਤੁਸੀਂ ਬੁੱਢੇ ਹੋ ਗਏ ਤਾਂ ਮੈਂ ਗੁਰਦੁਆਰੇ ਬਿਠਾ ਲਾਊਂਗਾ। ਬਾਬੇ ਨੇ ਕੀ ਗੱਲ ਸ਼ੁਰੂ ਕੀਤੀ ਹੈ ਪਹਿਲਾਂ, ਕਿ ਉਹਦਾ ਮੁੰਡਾ ਹੈ ਜਿਹੜਾ ਬਿੰਦਰ, ਉਹ ਆਖਦਾ ਹੁੰਦਾ ਸੀ ਪਹਿਲਾਂ ਕਿ ਜਦੋਂ ਬਾਪੂ ਤੁਸੀਂ ਬੁੱਢੇ ਹੋ ਗਏ ਮੈਂ ਤੁਹਾਨੂੰ ਗੁਰਦੁਆਰੇ ਬਿਠਾਲ ਦੇਣਾ ਹੈ, ਗੁਰਦੁਆਰੇ ਛੱਡ ਆਉਣਾ ਹੈ, ਮੈਂ ਨਹੀਂ ਸੰਭਾਲਣਾ ਤੁਹਾਨੂੰ। ਬੜਾ ਨਲਾਇਕ ਹੈ ਉਹ, ਉਸਦੀ ਇੰਨੀ ਹਿੰਮਤ। ਹੀਰਾਮਣੀ ਨੂੰ ਗੱਲ ਚੰਗੀ ਨਹੀਂ ਲੱਗੀ। ਹੀਰਾਮਣੀ ਨੇ ਕੀ ਕਿਹਾ ਕਿ ਬੜਾ ਬੇਵਕੂਫ ਕਿਸਮ ਦਾ ਨਲਾਇਕ ਹੈ, ਮੂਰਖ ਹੈ, ਜਿਹਨੇ ਇੱਦਾਂ ਦੀ ਗੱਲ ਕਰ ਦਿੱਤੀ। ਉਹਦੀ ਇੰਨੀ ਹਿੰਮਤ ਕਿਵੇਂ ਪੈ ਗਈ ਤੁਹਾਨੂੰ ਇੱਦਾਂ ਦੀ ਗੱਲ ਕਰਨ ਦੀ। ਬਾਬਾ ਕੀ ਕਹਿਣ ਲੱਗਿਆ ਅੱਗੋਂ, ਨਹੀਂ ਪੁੱਤ, ਇਹ ਬਹੁਤ ਪੁਰਾਣੀ ਗੱਲ ਹੈ। ਉਸ ਵੇਲੇ ਮੈਂ ਵੀ ਕੋਈ ਘੱਟ ਨਹੀਂ ਸੀ। ਮੈਂ ਆਖਦਾ ਸੀ ਜ਼ਮੀਨ ਦਾ ਮਾਲਕ ਮੈਂ, ਮੇਰੇ ਹੁੰਦਿਆਂ ਕਿਸੇ ਦੀ ਕੋਈ ਪਰਵਾਹ ਨਹੀਂ। ਜ਼ਮੀਨ ਦੀ ਤਾਕਤ ਬਹੁਤ ਵੱਡੀ ਤਾਕਤ ਹੁੰਦੀ ਹੈ, ਪਰ ਉਸ ਦੇ ਨਾਲ ਹੱਡਾਂ ਗੋਡਿਆਂ ਵਿੱਚ ਵੀ ਜ਼ੋਰ ਹੋਣਾ ਚਾਹੀਦਾ ਹੈ। ਮਿਹਨਤ ਕਰੋ ਤਾਂ ਜ਼ਮੀਨ ਮੁੱਲ ਮੋੜ ਦਿੰਦੀ ਹੈ। ਪਰ ਹੁਣ ਸਾਰੇ ਕੰਮ ਦਾ ਕਾਰ ਮੁਖਤਿਆਰ ਬਿੰਦਰ ਹੀ ਹੈ ਤੇ ਉਹ ਬਹੁਤ ਬੀਬਾ ਪੁੱਤ ਹੈ, ਭੋਰਾ ਤਕਲੀਫ ਨਹੀਂ ਹੋਣ ਦਿੰਦਾ।
ਸੋ ਤੂੰ ਮੇਰੀ ਫਿਕਰ ਨਾ ਕਰ, ਪਰ ਮੈਂ ਸੋਚਦਾ ਹਾਂ ਕਿ ਉਸ ਦਰਖਤ ਦਾ ਕੀ ਬਣੂਗਾ। ਬਾਬੇ ਨੇ ਗੱਲ ਸ਼ੁਰੂ ਕਰ ਲਈ ਹੈ ਆਪਣੀ, ਜਿਹੜੀ ਗੱਲ ਸਮਝਾਉਣੀ ਚਾਹੁੰਦੇ ਨੇ ਉਹ ਕੀ ਕਹਿ ਰਹੇ ਨੇ ਕਿ ਇਹ ਬਹੁਤ ਪੁਰਾਣੀ ਗੱਲ ਹੈ। ਜਦੋਂ ਉਹਨੇ ਇੱਦਾਂ ਦੀ ਗੱਲ ਮੇਰੇ ਨਾਲ ਕੀਤੀ ਸੀਗੀ, ਉਦੋਂ ਕਹਿੰਦੇ ਮੈਂ ਇਸ ਉਮਰ 'ਚ ਨਹੀਂ ਸੀ, ਮੇਰੇ ਵਿੱਚ ਸਰੀਰ ਦੇ ਕਾਫੀ ਤਾਕਤ ਸੀ, ਮੇਰੇ ਜਵਾਨੀ ਦਾ ਸਮਾਂ ਸੀ, ਮੇਰਾ ਵੀ ਮੇਰੇ ਜਾਨ ਸੀ ਸਰੀਰ ਦੇ ਵਿੱਚ, ਹੱਡਾਂ ਦੇ ਵਿੱਚ, ਸਰੀਰ ਦੇ ਮੇਰੀਆਂ ਹੱਡੀਆਂ, ਮੇਰੇ ਗੋਡੇ ਪੂਰਾ ਕੰਮ ਕਰਦੇ ਸਨ, ਤਾਕਤ ਸੀ। ਅਤੇ ਮੈਂ ਉਦੋਂ ਬਹੁਤ ਕੰਮ ਕਰਦਾ ਸੀ, ਜ਼ਮੀਨ ਵੀ ਮੇਰੇ ਨਾਮ ਸੀ। ਮੈਂ ਉਹਨੂੰ ਕਹਿ ਦਿੱਤਾ ਸੀ ਕਿ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ। ਮੈਂ ਮਿਹਨਤ ਕਰਦਾ ਸੀ ਅਤੇ ਜ਼ਮੀਨ ਦੇ ਵਿੱਚੋਂ ਮੈਨੂੰ ਚੰਗੀ ਫਸਲ ਪ੍ਰਾਪਤ ਹੁੰਦੀ ਸੀ ਅਤੇ ਚੰਗਾ ਮੁੱਲ ਮੇਰਾ ਮੁੜ ਜਾਂਦਾ ਸੀ, ਕਿਉਂਕਿ ਸਾਰੇ ਕੰਮ ਦਾ ਕਾਰ ਮੁਖਤਿਆਰ ਕਰਤਾ ਧਰਤਾ ਮੈਂ ਹੀ ਸੀ। ਸੋ ਮੈਨੂੰ ਉਦੋਂ ਕੋਈ ਪਰੇਸ਼ਾਨੀ ਨਹੀਂ ਸੀ। ਪਰ ਜਦੋਂ ਮੇਰਾ ਹੁਣ ਮੁੰਡਾ ਵੱਡਾ ਹੋ ਗਿਆ, ਕਾਰ ਮੁਖਤਿਆਰ ਉਹ ਹੋ ਗਿਆ, ਸਾਰੇ ਕੰਮ ਦਾ ਭਾਰ ਉਹਨੇ ਸੰਭਾਲ ਲਿਆ ਏ, ਅਤੇ ਉਹ ਮੈਨੂੰ ਭੋਰਾ ਤਕਲੀਫ ਨਹੀਂ ਹੋਣ ਦਿੰਦਾ, ਕੋਈ ਮੈਨੂੰ ਦੁੱਖ ਨਹੀਂ ਮਿਲਦਾ ਉਹਦੇ ਕੋਲੋਂ। ਬੜਾ ਹੀ ਚੰਗਾ ਪੁੱਤ ਹੈ, ਬੜਾ ਬੀਬਾ ਪੁੱਤ ਹੈ। ਕਹਿੰਦਾ ਤੂੰ ਮੇਰੀ ਫਿਕਰ ਨਾ ਕਰ, ਪਰ ਮੈਂ ਸੋਚਦਾ ਵੀ ਉਸ ਦਰਖਤ ਦਾ ਕੀ ਬਣੇਗਾ। ਹੁਣ ਇਹ ਦਰਖਤ ਹੈ ਜਿਹੜਾ, ਇਹ ਦਰਖਤ ਇੱਕ ਨਾਮ ਵਰਤ ਲਿਆ ਏ ਕਿਹਦੇ ਵਾਸਤੇ? ਹੀਰਾ ਮਨੀ ਦੀ ਮਾਂ ਵਾਸਤੇ। ਕਿਹੜਾ ਦਰਖਤ? ਹੀਰਾ ਮਨੀ ਨੇ ਪੁੱਛਿਆ। ਹੀਰਾ ਮਨੀ ਕਹਿੰਦਾ ਕਿਹੜਾ ਦਰਖਤ? ਪੁੱਤ ਗੱਲ ਤੇਰੇ ਸੁਣਨ ਵਾਲੀ ਹੈ। ਇੱਕ ਵਾਰੀ ਇੱਕ ਮੁੰਡਾ ਤੇਰੇ ਵਰਗਾ ਖੇਡਦਾ ਖੇਡਦਾ ਇੱਕ ਬੂਟੇ ਕੋਲ ਚਲਾ ਗਿਆ। ਬੂਟੇ ਨੂੰ ਲੱਗੇ ਹੋਏ ਸੀ ਫੁੱਲ, ਅਤੇ ਉਹਨਾਂ ਉੱਪਰ ਸੀ ਇੱਕ ਤਿੱਤਲੀ, ਅਤੇ ਉਹ ਤਿੱਤਲੀ ਨੂੰ ਫੜਦਾ ਫੜਦਾ ਉਸ ਬੂਟੇ ਨੂੰ ਆਪਣੇ ਵੱਲ ਖਿੱਚਣ ਲੱਗਿਆ। ਬੂਟੇ ਨੂੰ ਚਿੱਟੇ ਚਿੱਟੇ ਫੁੱਲ ਲੱਗੇ ਹੋਏ ਸਨ, ਅਤੇ ਉਹ ਜ਼ਮੀਨ ਉੱਪਰ ਡਿੱਗੇ ਪਏ ਫੁੱਲਾਂ ਨੂੰ ਦੇਖ ਕੇ ਤਿੱਤਲੀ ਨੂੰ ਭੁੱਲ ਗਿਆ ਅਤੇ ਫੁੱਲਾਂ ਨਾਲ ਖੇਡਣ ਲੱਗ ਪਿਆ। ਉਸ ਨੂੰ ਖੇਡਦੇ ਨੂੰ ਦੇਖ ਕੇ ਉਹ ਬੂਟਾ ਬਹੁਤ ਪ੍ਰਸੰਨ ਹੋਇਆ। ਇੱਦਾਂ ਰੋਜ਼ ਹੁੰਦਾ ਅਤੇ ਹੌਲੀ ਹੌਲੀ ਉਸ ਮੁੰਡੇ ਦੀ ਉਸ ਬੂਟੇ ਨਾਲ ਦੋਸਤੀ ਹੋ ਗਈ। ਸਮੇਂ ਨਾਲ ਮੁੰਡਾ ਵੱਡਾ ਹੋ ਗਿਆ ਅਤੇ ਉਹ ਬੂਟਾ ਵੀ ਇੱਕ ਪੂਰਾ ਦਰਖਤ ਬਣ ਗਿਆ। ਉਸ ਮੁੰਡੇ ਨੇ ਦਰਖਤ ਦੀ ਇੱਕ ਟਾਹਣੀ ਉੱਪਰ ਪੀਂਘ ਪਾ ਲਈ। ਹੁਣ ਮੁੰਡਾ ਉਸ ਦਰਖਤ ਹੇਠਾਂ ਹੀ ਰਹਿੰਦਾ ਅਤੇ ਸਾਰਾ ਦਿਨ ਪੀਂਘ ਨਾਲ ਝੂਟਦਾ। ਮੁੰਡਾ ਖੁਸ਼ ਅਤੇ ਦਰਖਤ ਵੀ ਖੁਸ਼। ਇਸ ਤਰ੍ਹਾਂ ਕਈ ਸਾਲ ਲੰਘ ਗਏ। ਫਿਰ ਮੁੰਡਾ ਕਈ ਦਿਨ ਉੱਥੋਂ ਗੈਰ ਹਾਜ਼ਰ ਰਹਿਣ ਲੱਗ ਪਿਆ। ਉਹ ਦਰਖਤ ਉਦਾਸ ਹੋ ਗਿਆ। ਕਈ ਦਿਨਾਂ ਬਾਅਦ ਉਹ ਉਸ ਦਰਖਤ ਕੋਲ ਆਇਆ ਅਤੇ ਕਹਿਣ ਲੱਗਾ, ਮੇਰਾ ਵਿਆਹ ਹੋਣਾ ਹੈ, ਮੈਨੂੰ ਫੁੱਲ ਚਾਹੀਦੇ ਹਨ, ਮੈਂ ਆਪਣਾ ਘਰ ਸਜਾਉਣਾ ਹੈ। ਗੈਰ ਹਾਜ਼ਰ ਹੋਣਾ, ਜਦੋਂ ਅਸੀਂ ਐਬਸੈਂਟ ਹੋ ਜਾਈਏ, ਹਾਜ਼ਰ ਨਾ ਹੋਈਏ, ਉੱਥੇ ਜਾਈਏ ਨਾ। ਜਿਸ ਜਗ੍ਹਾ 'ਤੇ ਰੂਟੀਨ 'ਚ ਜਾਂਦੇ ਹਾਂ, ਗੈਰ ਹਾਜ਼ਰ, ਐਬਸੈਂਟ ਰਹਿਣ ਲੱਗ ਗਿਆ ਮੁੰਡਾ। ਛੋਟੇ ਜਿਹੇ ਮੁੰਡੇ ਦੀ ਦੋਸਤੀ ਪੈ ਗਈ ਏ। ਖੇਡਦਾ ਖੇਡਦਾ ਆਇਆ ਸੀ ਬੂਟੇ ਕੋਲ, ਬੂਟਾ ਚੰਗਾ ਲੱਗਾ, ਉਹਦੇ ਉੱਤੇ ਤਿੱਤਲੀ ਸੀ, ਤਿੱਤਲੀ ਨੂੰ ਫੜਨ ਲੱਗਾ ਅਤੇ ਫੁੱਲਾਂ ਵੱਲ ਧਿਆਨ ਪੈ ਗਿਆ। ਫੁੱਲ ਡਿੱਗੇ ਸੀ ਚਿੱਟੇ ਰੰਗ ਦੇ, ਅਤੇ ਫੁੱਲਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਇੰਨੇ ਚੰਗੇ ਲੱਗੇ ਕਿ ਰੋਜ਼ ਉਸ ਬੂਟੇ ਕੋਲ ਆਉਣ ਲੱਗਾ। ਬੂਟੇ ਨੂੰ ਵੀ ਮਹਿਸੂਸ ਹੋਇਆ ਕਿ ਇਹ ਬੱਚਾ ਮੇਰੇ ਨਾਲ ਰਹਿ ਕੇ ਖੁਸ਼ ਹੈ, ਸੋ ਦੋਸਤ ਬਣ ਗਏ ਦੋਵੇਂ। ਜਦੋਂ ਮੁੰਡਾ ਥੋੜ੍ਹਾ ਵੱਡਾ ਹੋਇਆ, ਬੂਟਾ ਵੀ ਦਰਖਤ ਬਣ ਗਿਆ। ਫਿਰ ਪੀਂਘ ਝੂਟਣ ਦੇ ਕੰਮ ਆਇਆ ਉਸਦੇ, ਉਹਨੂੰ ਹੋਰ ਤਰੀਕਿਆਂ ਨਾਲ ਖਿਡਾਉਣ ਲੱਗਾ ਉਹ ਬੂਟਾ ਦਰਖਤ ਬਣ ਕੇ। ਇੰਨੀ ਦੋਸਤੀ ਹੋ ਗਈ ਕਿ ਮੁੰਡਾ ਰੋਜ਼ ਉੱਥੇ ਆਉਣ ਲੱਗਾ, ਆਪਣਾ ਟਾਈਮ ਸਪੈਂਡ ਕਰਨ ਲੱਗਾ। ਫਿਰ ਅਚਾਨਕ ਹੀ ਉਹ ਮੁੰਡਾ ਕਈ ਦਿਨ ਉੱਥੇ ਆਇਆ ਹੀ ਨਹੀਂ, ਐਬਸੈਂਟ ਹੋਣ ਲੱਗ ਗਿਆ। ਦਰਖਤ ਉਦਾਸ ਹੋ ਗਿਆ ਕਿ ਕਿਉਂ ਨਹੀਂ ਉਹ ਆ ਰਿਹਾ। ਜਦ ਆਇਆ ਹੈ ਅਤੇ ਕੀ ਕਹਿੰਦਾ ਹੈ ਕਿ ਮੇਰਾ ਵਿਆਹ ਹੈ ਅਤੇ ਮੈਨੂੰ ਫੁੱਲ ਚਾਹੀਦੇ ਨੇ। ਅੱਜ ਅਸੀਂ ਇੰਨਾ ਹੀ ਪਾਠ ਕਰਾਂਗੇ। ਕੱਲ੍ਹ ਨੂੰ ਮੈਂ ਇਹਦਾ ਬਾਕੀ ਦਾ ਹਿੱਸਾ ਪੜ੍ਹਾਂਗੀ। ਆਸ ਕਰਦੀ ਹਾਂ ਜਿੰਨਾ ਅੱਜ ਪੜ੍ਹਿਆ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ, ਸਮਝ ਆਇਆ ਹੋਵੇਗਾ। ਕੱਲ੍ਹ ਨੂੰ ਆਪਾਂ ਇਸ ਤੋਂ ਅੱਗੇ ਪੜ੍ਹਾਂਗੇ। ਧੰਨਵਾਦ।